ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਿਤ ਚਿਤਵ ਅਰਦਾਸ ਕਰੋ ਪਰ ਕਹਿ ਪੀ ਨਾ ਸਕੋ। ਸਰਬ ਚਿੰਤ ਤੁਝ ਪਾਸ ਸਾਧ ਸੰਗਤ ਹਉ ਤੱਕੋ। ਤੇਰਾ ਹੁਕਮ ਪਵੈ ਨੀਸਾਨ ਤੋ ਕਰੋ ਸਾਹਿਬ ਕੀ ਸੇਵਾ। ਜਬ ਗੁਰ ਦੇਖੈ ਸੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ। ਅਗੰਮ ਅਲਖ ਕਾਰਨ ਪੁਰਖ ਜੋ ਫਰਮਾਵੈ ਸੋ ਕਹੋ। ਗੁਰੇ ਅਮਰਦਾਸ ਕਾਰਨ ਕਰਨ ਜਿਵ ਤੂੰ ਰੱਖੈ ਹੈ ਤਿਵ ਰਹੋ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣੇ ਆਵੈ। ਦੀਨ ਦਿਆਲ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਆਪ ਸਮੂਹ ਸੰਗਤ ਨੂੰ ਪੰਥ ਨੂੰ ਬੇਅੰਤ ਮੁਬਾਰਕ। ਅੱਜ ਦੇ ਦਿਹਾੜੇ 1479 ਦੇ ਵਿੱਚ ਬਾਸਰ ਕੇ ਨਗਰ ਬਾਬਾ ਤੇਜਭਾਨ ਜੀ ਦੇ ਗ੍ਰਹਿ ਵਿਖੇ ਮਾਤਾ ਲక్ష్ਮੀ ਜੀ ਦੀ ਕੁੱਖੋਂ ਦੀਨ ਦੁਨੀ ਦੇ ਮਾਲਕ ਨਿਥਾਵਿਆਂ ਦੇ ਥਾਂ ਨਿਆਸਰਿਆਂ ਦੇ ਆਸਰੇ ਨਿਧਰਿਆਂ ਦੀ ਧਿਰ ਨਿਮਾਣਿਆਂ ਦੇ ਮਾਣ ਨਿਓਟਿਆਂ ਦੀ ਓਟ ਸਾਹਿਬ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ। ਦੀਨ ਦਿਆਲ ਪਾਤਸ਼ਾਹ ਬਾਲ ਵਰੇਸ ਤੋਂ ਧਾਰਮਿਕ ਬਿਰਤੀ ਰੱਖਦੇ ਨੇ। ਕੋਖ ਜਾਰੀ ਸੀ, ਭਾਲ ਸੀ, ਭੁੱਖ ਸੀ, ਜਗਿਆਸਾ ਸੀ। ਵਕਤ ਦੀ ਰਵਾਇਤ ਅਨੁਸਾਰ ਕਈ ਥਾਵਾਂ ਤੇ ਗਏ। ਅੰਦਰ ਇੱਕ ਤਲਬ ਸੀ, ਅੰਦਰ ਇੱਕ ਬੜੀ ਪਵਿੱਤਰ ਜੀ ਚਾਹਤ ਸੀ ਆਤਮਿਕ ਸਕੂਨ ਦੀ, ਰੂਹਾਨੀ ਆਨੰਦ ਦੀ। ਪਰ ਕਈ ਤੀਰਥਾਂ ਤੇ ਜਾ ਕੇ ਕਈ ਥਾਵਾਂ ਦੇ ਰਟਨ ਕਰਕੇ ਵੀ ਉਹ ਭੁੱਖ ਪੂਰੀ ਨਾ ਹੋਈ। ਜਿਸ ਦਿਨ ਭਾਗ ਜਾਗੇ ਕੰਨਾਂ ਦੇ ਅੰਦਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਹਜ਼ੂਰ ਦੇ ਬਚਨ ਪਏ, ਰੱਬੀ ਬਾਣੀ ਪਈ ਕੰਨਾਂ ਦੇ ਅੰਦਰ। ਰੱਬੀ ਬਾਣੀ ਦੀ ਕਲਾ ਵਰਤਦੀ ਹੈ, ਸ਼ਬਦ ਦੀ ਧੂ ਪੈਂਦੀ ਹੈ, ਖਿੱਚ ਪੈਂਦੀ ਹੈ, ਸੁੱਤੀ ਹੋਈ ਸੁਰਤ ਜਾਗਦੀ ਹੈ ਤੇ ਸ਼ਬਦ ਸੰਜੋਗ ਬਣਾਉਂਦਾ ਗੁਰੂ ਨਾਨਕ ਦੇ ਘਰ ਨਾਲ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ। ਸ਼ਬਦ ਰਾਹ ਦਿਖਾਉਂਦਾ, ਸ਼ਬਦ ਭਰਮ ਮੇਟਦਾ ਹੈ, ਸ਼ਬਦ ਅਗਿਆਨਤਾ ਚੋਂ ਕੱਢਦਾ, ਸ਼ਬਦ ਕਰਮ ਕਾਂਡ ਦਾ ਨਾਸ਼ ਕਰਦਾ ਤੇ ਫਿਰ ਸੰਸਾਰ ਦੇ ਤੀਰਥਾਂ ਦੇ ਰਟਨ ਫੋਕਟ ਕਰਮ ਛੁੱਟ ਜਾਂਦੇ ਆ ਜਦੋਂ ਸ਼ਬਦ ਦੀ ਕਲਾ ਵਰਤਦੀ ਹੈ। ਸੋ ਗੁਰੂ ਸਾਹਿਬ ਜੀ ਦੀ ਆਪਣੀ ਇਹ ਰਹਿਮਤ ਵਰਤੀ, ਰੱਬੀ ਕਲਾ ਵਰਤੀ। ਕੰਨਾਂ ਦੇ ਅੰਦਰ ਬਾਣੀ ਦਾ ਇਹ ਪਵਿੱਤਰ ਬਚਨ ਪਿਆ, ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ। ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਜਦੋਂ ਇਹ ਪਵਿੱਤਰ ਬਚਨ ਬੀਬੀ ਅਮਰੋ ਜੀ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ, ਜੋ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਧੀ ਨੇ। ਸਾਹਿਬ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਸਪੁੱਤਰ ਪੈਦਾ ਹੋਏ, ਦਾਤੂ ਜੀ ਤੇ ਦਾਸੂ ਜੀ। ਦੋ ਧੀਆਂ ਪੈਦਾ ਹੋਈਆਂ, ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ। ਸੋ ਸਤਿਗੁਰ ਜੀ ਦੀ ਇਹ ਪੁੱਤਰੀ ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਹਜ਼ੂਰ ਦੇ ਭਰਾ ਭਾਈ ਜੱਸੂ ਜੀ ਦੇ ਪੁੱਤਰ ਭਾਈ ਮਾਨਕ ਜੀ ਦੇ ਨਾਲ ਵਿਆਹੀ ਹੋਈ ਹੈ। ਸੋ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ ਉਸ ਵੇਲੇ ਸਤਿਕਾਰ ਸਹਿਤ ਅਸੀਂ ਉਹਨਾਂ ਨੂੰ ਬਾਬਾ ਅਮਰਦਾਸ ਜੀ ਕਹਿ ਸਕਦੇ ਹਾਂ। ਅਜੇ ਗੁਰੂ ਜੋਤ ਵਿਦਮਾਨ ਨਹੀਂ ਹੋਈ, ਅਜੇ ਗੁਰੂ ਸਾਹਿਬ ਨਾਲ ਮਿਲਾਪ ਨਹੀਂ ਹੋਇਆ। ਸੋ ਸਾਹਿਬ ਅਮਰਦਾਸ ਜੀ ਦੇ ਸਰਵਣਾ ਦੇ ਵਿੱਚ ਭਰਾ ਦੀ ਨੂੰਹ ਬੀਬੀ ਅਮਰੋ ਜੀ ਦੀ ਮੁਖਾਰਬਿੰਦ ਤੋਂ ਅੰਮ੍ਰਿਤ ਵੇਲੇ ਪੜ੍ਹੀ ਹੋਈ ਬਾਣੀ ਦੇ ਪਵਿੱਤਰ ਬਚਨ ਪਏ ਕੰਨਾਂ ਵਿੱਚ। ਭਇਆ ਮਨੂਰ ਕੰਚਨ ਫਿਰ ਹੋਵੈ ਜੇ ਗੁਰ ਮਿਲੈ ਤਨੇਹਾ। ਤੋ ਗੁਰੂ ਦੇ ਸ਼ਬਦ ਦੀ ਕਲਾ ਨੇ ਮਨੂਰ ਤੋਂ ਕੰਚਨ ਬਣਾਉਣ ਵਾਲੀ ਕ੍ਰਿਸ਼ਮਾ ਜਿਹੜਾ ਸੀ ਕਲਾ ਸੀ ਉਹ ਵਰਤਾਈ। ਇੱਥੇ ਥੋੜ੍ਹੀ ਜਿਹੀ ਬੇਨਤੀ ਕਰਨੀ ਜ਼ਰੂਰੀ ਸਮਝਦਾ ਕਿ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹ ਘਰ ਹੈ ਜਿੱਥੇ ਦੁਨੀਆ ਝੁਕਦੀ ਹੈ, ਸ਼ੋਹਰਤ ਸ਼ੋਭਾ ਬੇਸ਼ੁਮਾਰ ਹੈ। ਸਾਰੀ ਲੁਕਾਈ ਜਾਚਕ ਬਣ ਕੇ ਜਿਸ ਗੁਰੂ ਦੇ ਦਰ ਤੇ ਖੜੀ ਹੈ। ਸਾਹਿਬ ਦਾ ਐਡਾ ਵੱਡਾ ਘਰਾਣਾ ਹੈ, ਵਕਤ ਦੀਆਂ ਸ਼ਹਿਨਸ਼ਾਹੀ ਤਾਕਤਾਂ ਆ ਕੇ ਝੋਲੀ ਅੱਡਦੀਆਂ ਨੇ। ਉਸ ਸਤਿਗੁਰ ਜੀ ਦੀ ਧੀ ਜਦੋਂ ਆਪਣੇ ਸਹੁਰੇ ਘਰ ਜਾਂਦੀ ਹੈ ਤੇ ਇਹ ਮਾਣ ਨਹੀਂ ਲੈ ਕੇ ਜਾਂਦੀ। ਅੱਜ ਸਾਡੀਆਂ ਬੱਚੀਆਂ ਨੂੰ ਜ਼ਰੂਰ ਇਹ ਗੱਲ ਪੱਲੇ ਬੰਨ੍ਹਣ ਦੀ ਜ਼ਰੂਰਤ ਹੈ, ਔਰ ਮਾਪਿਆਂ ਨੂੰ ਵੀ, ਕਿ ਗੁਰੂ ਅੰਗਦ ਸਾਹਿਬ ਜੀ ਆਪਣੀ ਧੀ ਨੂੰ
ਜਦੋਂ ਸਾਹਿਬ ਅਮਰਦਾਸ ਜੀ ਹੋਰਾਂ ਦੇ ਘਰਾਣੇ ਵਿੱਚ ਭੇਜਦੇ ਆ ਤੇ ਉਹ ਵੱਡੇ ਘਰ ਦਾ ਮਾਣ ਨਹੀਂ ਲੈ ਕੇ ਜਾਂਦੇ, ਪਿਤਾ ਦੀ ਸ਼ੋਹਰਤ ਸੋਭਾ ਦਾ ਗਰੂਰ ਨਹੀਂ ਲੈ ਕੇ ਜਾਂਦੇ ਬੀਬੀ ਅਮਰੋ ਜੀ, ਬਲਕਿ ਸੁਰਤ ਵਿੱਚ ਗੁਰੂ ਦੀ ਬਾਣੀ ਲੈ ਕੇ ਜਾਂਦੇ ਆ, ਹਿਰਦੇ ਵਿੱਚ ਨਿਮਰਤਾ ਲੈ ਕੇ ਜਾਂਦੇ ਆ, ਹੱਥੀਂ ਕਿਰਤ ਕਰਦੇ ਨੇ, ਅੰਮ੍ਰਿਤ ਵੇਲੇ ਉੱਠਦੇ ਨੇ, ਸਹੁਰੇ ਘਰ ਵਿੱਚ ਸੋਭਾ ਪਾਉਂਦੇ ਆ। ਤੇ ਬੀਬੀ ਅਮਰੋ ਜੀ ਨੇ ਕੇਵਲ ਆਪਣੇ ਘਰ ਨੂੰ ਹੀ ਸੱਚਖੰਡ ਨਹੀਂ ਬਣਾਇਆ, ਬਲਕਿ ਉਸ ਬਾਣੀ ਦੀ ਧੁਨ ਜਦੋਂ ਆਂਢ ਗੁਆਂਢ ਵਿੱਚ ਸੁਣਾਈ ਦਿੰਦੀ ਹੈ ਤੇ ਉਹਨਾਂ ਦੇ ਜੀਵਨ ਉੱਤੇ ਵੀ ਅਸਰ ਹੁੰਦਾ। ਸੋ ਬੀਬੀ ਅਮਰੋ ਜੀ ਦੇ ਮੁਖਾਰਬਿੰਦ ਤੋਂ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਬਾਣੀ ਪੜ੍ਹਦੇ ਨੇ, ਨਾਲ ਨਾਲ ਕਾਰ ਕਰਦੇ ਆ, ਇਹ ਬਚਨ ਸਾਹਿਬ ਅਮਰਦਾਸ ਜੀ ਸੁਣਦੇ ਆ ਤੇ ਜਿਹੜਾ ਪਿਛੋਕੜ ਸੀ ਕਰਮਕਾਂਡਾਂ ਦਾ, ਭਰਮ ਦਾ, ਅਗਿਆਨਤਾ ਦਾ, ਉਹ ਸਾਰਾ ਕੁਝ ਛੁੱਟ ਜਾਂਦਾ ਹੈ ਤੇ ਸ਼ਬਦ ਦੀ ਲੋ, ਸ਼ਬਦ ਦਾ ਚਾਨਣ ਗੁਰੂ ਨਾਨਕ ਦੇ ਘਰ ਵੱਲ ਨੂੰ ਲੈ ਆਉਂਦਾ ਹੈ। ਸਾਹਿਬ ਅਮਰਦਾਸ ਜੀ ਸੰਸਾਰ ਦਾ ਮਾਣ, ਹੰਕਾਰ, ਰੁਤਬਾ, ਪਦਵੀ, ਉਹ ਸਾਰਾ ਕੁਝ ਤਿਆਗ ਕੇ ਕਹਿੰਦੇ, ਧੀਏ ਇਸ ਬਾਣੀ ਦੇ ਚਸ਼ਮੇ ਕੋਲ ਮੈਨੂੰ ਲੈ ਕੇ ਚੱਲ। ਦੁਨਿਆਵੀ ਤੌਰ ਦੇ ਉੱਤੇ ਅੱਜ ਤੱਕ ਵੀ ਇਹ ਮਨੌਤ ਹੈ ਕਿ ਪੁੱਤਰ ਵਾਲੇ ਵੱਡੇ ਹੁੰਦੇ ਨੇ, ਧੀਆਂ ਵਾਲੇ ਛੋਟੇ ਹੁੰਦੇ ਨੇ, ਸਹੁਰਿਆਂ ਦਾ ਰੁਤਬਾ ਉੱਚਾ ਹੁੰਦਾ ਹੈ, ਨੂੰਹ ਨੀਵੀਂ ਹੁੰਦੀ ਹੈ, ਤੇ ਖਾਸ ਕਰਕੇ ਉਹ ਸਮਾਜ ਜਿਹੜਾ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਦਾ, ਉਹਨਾਂ ਕੋਲ ਆ ਕੇ ਜਿਹੜੇ ਰਿਸ਼ਤੇ ਵਿੱਚ ਨੂੰਹ ਨੇ ਸਾਹਿਬ ਅਮਰਦਾਸ ਪਾਤਸ਼ਾਹ ਜੀ ਦੇ, ਤੇ ਉਹਨਾਂ ਨੂੰ ਆ ਕੇ ਕਹਿੰਦੇ ਨੇ, ਚੱਲ ਧੀਏ ਮੈਨੂੰ ਇਸ ਬਾਣੀ ਦੇ ਸੋਮੇ ਕੋਲ ਲੈ ਕੇ ਚੱਲ। ਸ਼੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਸਾਹਿਬ ਅਮਰਦਾਸ ਜੀ ਆਉਂਦੇ ਆ, ਜੀਵਨ ਸਫਲ ਹੁੰਦਾ, ਸਕਾਰਤ ਹੁੰਦਾ, ਤੇ ਸਾਨੂੰ ਸਿਖਾਉਂਦੇ ਨੇ ਅਮਰਦਾਸ ਮਹਾਰਾਜ ਜੀ ਜਗਤ ਤੇ ਪ੍ਰਕਾਸ਼ਮਾਨ ਹੋ ਕੇ ਅੱਜ ਦੇ ਦਿਹਾੜੇ ਕਿ ਇੱਕ ਸਿੱਖ ਦਾ ਕੀ ਧਰਮ ਹੈ, ਇੱਕ ਜਗਿਆਸੂ ਨੇ ਕਿਵੇਂ ਜਿਉਣਾ ਹੈ। ਤਾਂ ਸਭ ਤੋਂ ਵੱਡੀ ਗੱਲ ਕਿ ਮਾਣ ਨੂੰ ਤਿਆਗ ਕੇ ਆਉਂਦੇ ਆ, ਮਨ ਨੀਵਾਂ ਕਰਕੇ ਆਉਂਦੇ ਆ, ਜਾਚਕ ਬਣ ਕੇ ਆਉਂਦੇ ਆ। ਜਦੋਂ ਧੀ ਦੇ ਨਾਲ ਸਾਹਿਬ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਕੁੜਮ ਨੂੰ ਆਉਂਦਿਆਂ ਤੱਕਿਆ, ਬੀਬੀ ਅਮਰੋ ਜੀ ਦੇ ਨਾਲ ਸਾਹਿਬ ਅਮਰਦਾਸ ਪਾਤਸ਼ਾਹ ਜੀ ਨੂੰ, ਬਜ਼ੁਰਗ ਜਾਣ ਕੇ, ਰਿਸ਼ਤੇ ਵਿੱਚ ਵੱਡੇ ਜਾਣ ਕੇ, ਨੈਤਿਕ ਤੌਰ ਤੇ, ਸ੍ਰੇਸ਼ਟਾਚਾਰ ਦੇ ਤੌਰ ਤੇ ਸਾਹਿਬ ਗੁਰੂ ਅੰਗਦ ਦੇਵ ਜੀ ਉੱਠ ਕੇ ਖੜੇ ਹੋਣ ਲੱਗੇ। ਤਾਂ ਸਾਹਿਬ ਅਮਰਦਾਸ ਮਹਾਰਾਜ ਜੀ ਨੇ ਕਿਹਾ ਸੀ, ਨਹੀਂ ਪਾਤਸ਼ਾਹ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਅੱਜ ਪੁੱਤਰ ਵਾਲਾ ਬਣ ਕੇ ਨਹੀਂ ਆਇਆ, ਅੱਜ ਮੈਂ ਤੁਹਾਡੇ ਚਰਨਾਂ ਦਾ ਜਾਚਕ ਬਣ ਕੇ ਆਇਆ ਹਾਂ, ਭਿਖਾਰੀ ਬਣ ਕੇ ਆਇਆ ਮਹਾਰਾਜ, ਅੱਜ ਮੈਂ ਮੰਗਤਾ ਬਣ ਕੇ ਆਇਆ ਹਾਂ, ਸੇਵਕ ਬਣ ਕੇ ਆਇਆ। ਤੇ ਗੁਰੂ ਸਾਹਿਬ ਜੀ ਨੇ ਸੇਵ ਕਮਾਈ, ਮਾਣ ਪਾਇਆ। ਜਦੋਂ ਗੁਰੂ ਦੇ ਹੁਕਮ ਦੀ ਕਾਰ ਨੂੰ ਕੋਈ ਕਮਾਉਂਦਾ, ਇੱਕ ਗੱਲ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਬਤ ਕੀਤੀ ਕਿ ਸੇਵਾ ਉਹ ਹੈ ਜਿਹਦੇ ਨਾਲ ਗੁਰੂ ਟੁੱਟ ਪਏ। ਸੇਵਾ ਦੀ ਇਹ ਵਿਆਖਿਆ ਜਿਹਦੇ ਨਾਲ ਗੁਰੂ ਪ੍ਰਸੰਨ ਹੋ ਜਾਏ। ਅਰਥ ਇਹ ਨਹੀਂ ਹੈ ਕਿ ਅਸੀਂ ਕੀ ਕਰਮ ਕਰਦੇ ਹਾਂ, ਉਹ ਗੁਰੂ ਦੀ ਰਜ਼ਾ ਹੈ, ਉਹ ਕਿਹੜੀ ਕਾਰੇ ਲਾਉਂਦਾ ਹੈ, ਉਹ ਸਾਡੇ ਹੱਥਾਂ ਕੋਲੋਂ, ਸਾਡੇ ਪੈਰਾਂ ਕੋਲੋਂ, ਸਾਡੀ ਸੋਚ ਕੋਲੋਂ ਕੀ ਕੰਮ ਲੈਂਦਾ, ਇਹ ਸਤਿਗੁਰੂ ਜੀ ਦੀ ਰਜ਼ਾ ਹੈ। ਸਿੱਖ ਦਾ ਧਰਮ ਹੈ ਆਪਣਾ ਆਪਾ ਅਰਪਣ ਕਰਕੇ ਤਨ, ਮਨ, ਧਨ ਸਭ ਕੁਝ ਗੁਰੂ ਨੂੰ ਸੌਂਪ ਕੇ ਗੁਰੂ ਦੇ ਹੁਕਮ ਦੀ ਕਾਰ ਕਮਾਣੀ। ਗੁਰ ਕੀ ਟਹਿਲ, ਗੁਰੂ ਕੀ ਸੇਵਾ, ਗੁਰ ਕੀ ਆਗਿਆ ਪਾਣੀ। ਅਸਲ ਵਿੱਚ ਸੇਵਾ ਸਾਧਨ ਹੈ ਨਿਜ ਮਾਰਨ ਦਾ। ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਵੈ ਮਾਨ। ਸੇਵਾ ਦੇ ਪੁੰਜ ਨੇ ਸਾਹਿਬ ਅਮਰਦਾਸ ਮਹਾਰਾਜ ਜੀ। ਸੋ ਦੁਨੀਆ ਦੇ ਉੱਤੇ ਸ਼ਾਇਦ ਹੀ ਐਸੀ ਸੇਵਾ ਕਿਸੇ ਨੇ ਕਮਾਈ ਹੋਵੇ ਜਿਹੜੀ ਸੇਵਾ ਸਾਨੂੰ ਸਿਖਾ ਰਹੀ ਹੈ ਕਿ ਨਿਜ ਕਿਵੇਂ ਮਾਰਨਾ ਹੈ, ਆਪਾ ਕਿਵੇਂ ਮਟਾਉਣਾ ਹੈ, ਔਰ ਸਭ ਤੋਂ ਵੱਡੀ ਗੱਲ ਕਿ ਲੋਕ ਲੱਜਾ ਨੂੰ ਕਿਵੇਂ ਪਾਸੇ ਰੱਖਣਾ ਹੈ। ਦੁਨਿਆਵੀ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਦੈਂਤ, ਮੈਂ ਸ਼ਬਦ ਅਕਸਰ ਵਰਤਦਾ ਹੁੰਦਾ ਕਿ ਅੱਜ ਵੀ ਸਾਡੇ ਸਮਾਜ ਨੂੰ ਨਿਗਲ ਰਿਹਾ ਹੈ, ਬਹੁਤ ਖਤਰਨਾਕ ਦੈਂਤ ਹੈ ਜਿਹੜਾ ਸਾਡਾ ਮਾਨਸਿਕ ਸ਼ੋਸ਼ਣ ਵੀ ਕਰ ਰਿਹਾ, ਆਰਥਿਕ ਤੌਰ ਤੇ ਵੀ ਸਾਡਾ ਕਚੂੰਬਰ ਕੱਢ ਰਿਹਾ। ਅਸੀਂ ਸਮਾਜਿਕ ਤੌਰ ਤੇ ਵੀ ਬਹੁਤ ਬੁਰੀ ਤਰ੍ਹਾਂ ਉਥਲ ਪੁਥਲ ਹੋ ਗਈ ਸਾਡੇ ਜੀਵਨ 'ਚ। ਤੇ ਉਹ ਦੈਂਤ ਹੈ ਕਿ ਲੋਕ ਕੀ ਕਹਿਣਗੇ। ਕੁਝ ਵੀ ਕਰਦੇ ਆ, ਇਹ ਚਿੰਤਾ ਸਾਨੂੰ ਸਤਾਉਂਦੀ ਹੈ ਕਿ ਲੋਕ ਕੀ ਕਹਿਣਗੇ। ਤੇ ਸਾਹਿਬ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਇਹ ਸਿਖਾਇਆ ਕਿ ਪਰਵਾਹ ਨਹੀਂ ਕਰਨੀ, ਚਿੰਤਾ ਨਹੀਂ ਕਰਨੀ ਕਿ ਲੋਕ ਕੀ ਕਹਿਣਗੇ। ਗੁਰੂ ਦੀ ਕਾਰ ਕਮਾਉਂਦਿਆਂ ਸਾਦਗੀ ਨਾਲ, ਨਿਮਰਤਾ ਦੇ ਨਾਲ, ਸਹਿਜ ਦੇ ਨਾਲ ਲੋਕ ਲੱਜਾ ਨੂੰ ਪਾਸੇ ਰੱਖਣਾ। ਸੰਸਾਰ ਕੀ ਆਖਦਾ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ। ਬੇਸਮਝ ਲੋਕ, ਅਣਜਾਣ ਲੋਕ ਜਿਹੜੇ ਉਸ ਰਸ ਨੂੰ ਨਹੀਂ ਜਾਣ ਰਹੇ ਹੁੰਦੇ, ਉਹ ਬੜਾ ਕੁਝ ਆਖਦੇ ਹੁੰਦੇ ਆ। ਸੋ ਲਗਭਗ
12-13 ਵਰੇ ਸਾਹਿਬ ਅਮਰਦਾਸ ਪਾਤਸ਼ਾਹ ਜੀ ਟਹਿਲ ਕਮਾਉਂਦੇ ਆ, ਹਰ ਹੁਕਮ ਦੀ ਕਾਰ ਕਮਾਉਂਦੇ ਆ। ਲੋਕ ਲੱਜਾ ਪਾਸੇ ਰੱਖ ਕੇ, ਨਿੱਜ ਮਾਰ ਕੇ, ਮੈਂ ਖਤਮ ਕਰਕੇ, ਸੰਸਾਰੀ ਸ਼ੋਹਰਤ, ਰੁਤਬੇ, ਰਿਸ਼ਤੇ ਸਭ ਕੁਝ ਨੂੰ ਇੱਕ ਪਾਸੇ ਅੱਖੋਂ ਪਰੋਖੇ ਕਰਕੇ ਜਦੋਂ ਆਪ ਗਵਾਏ ਸੇਵਾ ਕਰੇ ਤਾਂ ਕਿਛ ਭਾਵੇਂ ਮਾਣ ਵਾਲੀ ਪਦਵੀ ਨੂੰ ਪਾਉਂਦੇ ਆ। ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਦਰ ਤੇ ਉਹ ਸੇਵਾ ਪ੍ਰਵਾਨ ਚੜ੍ਹਦੀ ਹੈ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਅਰਥ ਇਹ ਨਹੀਂ ਹੈ ਕਿ ਉਹ ਟੋਕਰੀ ਹੈ, ਕਿ ਉਹ ਹੱਥ ਵਿੱਚ ਕਲਮ ਹੈ, ਇਹ ਗੁਰੂ ਦੀ ਰਜ਼ਾ ਹੈ। ਪਰ ਸੇਵਾ ਨੂੰ ਫਲ ਉਦੋਂ ਲੱਗਦਾ ਜਿੱਦਣ ਸੇਵਾ ਤੇ ਗੁਰੂ ਟੁੱਟ ਪਏ। ਸੋ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਸਿੰਘਾਸਨ ਤਿਆਰ ਕੀਤਾ, ਹਿਰਦੇ ਰੂਪੀ ਸਿੰਘਾਸਨ, ਜਿੱਥੇ ਗੁਰੂ ਨਾਨਕ ਨੇ ਆ ਕੇ ਆਪ ਨਿੱਜ ਨੇ ਬੈਠਣਾ ਸੀ, ਗੁਰੂ ਨਾਨਕ ਸਾਹਿਬ ਦੇ ਨਿੱਜ ਨੇ ਬੈਠਣਾ ਸੀ। ਉਹ ਹਿਰਦੇ ਰੂਪੀ ਸਿੰਘਾਸਨ ਜਦੋਂ ਤਿਆਰ ਹੋ ਗਿਆ ਮੁਕੰਮਲ ਤੌਰ ਦੇ ਉੱਤੇ, ਇੱਕ ਉੱਚੀ ਸੁਰਤ ਦੇ ਮਾਲਕ, ਵੱਡੀ ਕਮਾਈ ਦੇ ਮਾਲਕ, ਧੁਰੋਂ ਪਠਾਈ ਹੋਈ ਪਾਕ ਨਿਰਮਲ ਆਤਮਾ, ਜਿਹੜੀ ਜਗਿਆਸਾ ਸੰਸਾਰ ਤੋਂ ਕਿਤੋਂ ਪੂਰੀ ਨਹੀਂ ਸੀ ਹੋਈ, ਥਾਂ ਥਾਂ ਦੇ ਉੱਤੇ ਬਹੁਤ ਫਿਰ ਕੇ ਭਟਕ ਕੇ ਵੇਖਿਆ ਸੀ, ਉਹ ਦਾਤ ਗੁਰੂ ਨਾਨਕ ਦੇ ਘਰ ਚੋਂ ਮਿਲੀ। ਤੇ ਉਸ ਪਾਕ ਨਿਰਮਲ ਹਿਰਦੇ ਅੰਦਰ ਗੁਰੂ ਨਾਨਕ ਆਪ ਆ ਕੇ ਬਿਰਾਜਮਾਨ ਹੋਏ ਤੇ ਦੁਨੀਆ ਦੇ ਉੱਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ ਸਦਾਏ, ਜਗਤ ਨੂੰ ਚਾਨਣ ਹੋਇਆ। ਸ਼੍ਰੀ ਗੋਇੰਦਵਾਲ ਸਾਹਿਬ ਗੁਰੂ ਅੰਗਦ ਪਾਤਸ਼ਾਹ ਜੀ ਦੇ ਹੁਕਮ ਦੇ ਨਾਲ ਸਤਿਗੁਰੂ ਜੀ ਨੇ ਵਸਾਇਆ। ਔਰ ਨਿਮਰਤਾ ਦੀ ਇੰਤਹਾ ਵੇਖੋ ਕਿ ਦਾਤੂ ਜੀ ਤੇ ਦਾਸੂ ਜੀ ਚੰਗਾ ਵਿਹਾਰ ਨਹੀਂ ਕਰਦੇ। ਦਾਤੂ ਜੀ ਗੁਰੂ ਸਾਹਿਬ ਜੀ ਦਾ ਤਿਰਸਕਾਰ ਵੀ ਕਰਦੇ ਆ ਤੇ ਸਾਹਿਬ ਅਮਰਦਾਸ ਮਹਾਰਾਜ ਜੀ ਬੜੀ ਨਿਮਰਤਾ ਤੇ ਅਧੀਨਗੀ ਦੇ ਨਾਲ ਇੱਕ ਗੱਲ ਸਾਨੂੰ ਸਿਖਾਉਂਦੇ ਆ ਕਿ ਨਿੱਜ ਵਿੱਚ ਝਗੜਾ ਨਹੀਂ ਪਾਉਣਾ, ਸਿੱਖਾਂ ਵਿੱਚ ਆਪਣਿਆਂ ਵਿੱਚ ਟਕਰਾਅ ਨਹੀਂ ਪੈਦਾ ਕਰਨਾ, ਤਕਰਾਰ ਨਹੀਂ ਪੈਦਾ ਕਰਨਾ। ਨਿਮਰਤਾ ਬਹੁਤ ਉੱਚਾ ਗੁਣ ਹੈ। ਨਿਵਣ ਸੋ ਅੱਖਰ ਖਵਣ ਗੁਣ, ਜੇਬਾ ਮਣੀਆਂ ਮੰਤ ਵਾਲਾ ਬਹੁਤ ਉੱਤਮ ਗੁਣ ਹੈ। ਸੋ ਸਾਹਿਬ ਗੁਰੂ ਅੰਗਦ ਪਾਤਸ਼ਾਹ ਹਜ਼ੂਰ ਦੇ ਜਿਹੜੇ ਪੁੱਤਰ ਦਾਤੂ ਜੀ ਜਦੋਂ ਈਰਖਾ ਵਸ ਸੰਸਾਰੀ ਸੋਚ ਦੇ ਅਧੀਨ ਇਹ ਸੋਚਦੇ ਆ ਕਿ ਅਸੀਂ ਵਾਰਸ ਬਣਨਾ ਸੀ, ਤੇ ਸਾਹਿਬ ਅਮਰਦਾਸ ਮਹਾਰਾਜ ਜੀ ਕਿਤੇ ਵੀ ਆਪਣੀਆਂ ਪਰਮ ਸ਼ਕਤੀਆਂ ਦਾ ਇਜ਼ਹਾਰ ਨਹੀਂ ਕਰਦੇ, ਜਾਂ ਸਿੱਖਾਂ ਨੂੰ ਵੀ ਕੋਈ ਗੱਲ ਨਹੀਂ ਕਹਿੰਦੇ ਕਿ ਤੁਸੀਂ ਦਾਤੂ ਜੀ ਦਾਸੂ ਜੀ ਦਾ ਵਿਰੋਧ ਕਰੋ, ਬਲਕਿ ਨਿਮਰਤਾ ਦੇ ਨਾਲ ਦਾਤੂ ਜੀ ਦੇ ਚਰਨਾਂ ਨੂੰ ਵੀ ਸਪਰਸ਼ ਕਰਦੇ ਆ ਵੀ ਤੁਹਾਡੇ ਚਰਨਾਂ ਨੂੰ ਚੋਟ ਨਾ ਲੱਗੀ ਹੋਵੇ, ਸਾਡਾ ਸਰੀਰ ਬਿਰਧ ਹੈ। ਸਾਡੇ ਇਤਿਹਾਸ ਅੰਦਰ ਇਦਾਂ ਦੀ ਵੀ ਸਾਖੀ ਹੁੰਦੀ ਹੈ ਜਦੋਂ ਦਾਤੂ ਜੀ ਚੋਟ ਲਾਉਂਦੇ। ਸੋ ਬੜੇ ਗੁਰੂ ਹੁਕਮ ਦੇ ਨਾਲ ਸ਼੍ਰੀ ਗੋਇੰਦਵਾਲ ਸਾਹਿਬ ਆ ਕੇ ਵਸਦੇ ਆ। ਬੜੀ ਪਿਆਰੀ ਜੀ ਵਿਚਿੱਤਰ ਗਾਥਾ ਉਹ ਵੀ, ਕਿ ਜਿਹੜਾ ਕਹਿੰਦਾ ਸੀ ਕਿ ਹੇ ਦਾਤਾ ਗੁੰਦਾ ਖੱਤਰੀ ਕੇ ਮੇਰਾ ਜਗਤ ਉੱਤੇ ਨਾਂ ਨਹੀਂ ਰਹਿਣਾ, ਮੇਰੀ ਸੰਤਾਨ ਨਹੀਂ ਹੈ। ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਨੇ ਕਿਹਾ ਤੇਰੇ ਨਾਮ ਉੱਤੇ ਸੰਗਤ ਜੁੜਿਆ ਕਰੇਗੀ, ਸਾਰੀ ਲੋਕਾਈ ਤੈਨੂੰ ਯਾਦ ਰੱਖਿਆ ਕਰੇਗੀ। ਇੱਕ ਗੱਲ ਸਾਨੂੰ ਇਹ ਵੀ ਸਿਖਾਈ ਕਿ ਕੇਵਲ ਔਲਾਦ ਕਰਕੇ ਨਹੀਂ ਨਾਂ ਰਹਿੰਦਾ ਦੁਨੀਆ ਉੱਤੇ, ਦੁਨੀਆ ਉੱਤੇ ਉੱਤਮ ਕਰਮ ਕੀਤਿਆਂ ਬੰਦੇ ਦਾ ਨਾਮ ਰਹਿੰਦਾ ਹੈ। ਤੋ ਜਦੋਂ ਮਨੁੱਖ ਉੱਤਮ ਕਰਮ ਕਰਦਾ ਫਿਰ ਨਾਂ ਦੀ ਭੁੱਖ ਵੀ ਨਹੀਂ ਰਹਿ ਜਾਂਦੀ, ਫਿਰ ਨਾਮ ਪਰਮੇਸ਼ਰ ਹੀ ਚਮਕਾਉਂਦਾ। ਫਿਰ ਉਹਨਾਂ ਦੇ ਵਾਜੇ ਚੱਲਿਆ, ਪਤ ਸਿਉ ਜਨਮ ਸਵਾਰ ਵਾਜਾ ਵਾਏ ਸੀ ਦੀ ਸੋਭਾ ਮਿਲਦੀ ਹੈ। ਸੋ ਧੰਨ ਗੁਰੂ ਅਮਰਦਾਸ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਟਿਕਾਣਾ ਕੀਤਾ। ਬਿਆਸ ਦਰਿਆ ਦੇ ਪੱਤਨ ਦੇ ਉੱਤੇ ਸ਼੍ਰੀ ਗੋਇੰਦਵਾਲ ਸਾਹਿਬ ਵਸਾਇਆ। ਔਰ ਇਹੀ ਰਸਤਾ ਉਸ ਵੇਲੇ ਮੂਲ ਜਿਹੜਾ ਰਸਤਾ ਸੀ ਕਸੂਰ ਵਾਲੇ ਪਾਸਿਓਂ, ਲਾਹੌਰ ਤੋਂ ਕਾਬਲ ਵੱਲੋਂ ਦਿੱਲੀ ਨੂੰ ਜਾਣ ਵਾਲਾ ਜਿਹੜਾ ਮੁੱਖ ਮਾਰਗ ਸੀ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਜਰਨੈਲੀ ਸੜਕ ਦੇ ਉੱਤੇ ਬਹੁਤ ਵਿਕਸਿਤ ਨਗਰ ਇਹ ਜਿਹੜਾ ਸੀ ਸ਼੍ਰੀ ਗੋਇੰਦਵਾਲ ਸਾਹਿਬ ਨੇ ਬਹੁਤ ਵਿਕਾਸ ਕੀਤਾ। ਬਾਸਰ ਕੇ ਨਗਰ ਤੋਂ ਗੁਰੂ ਪ੍ਰੇਮ ਵਾਲੇ ਜਿਹੜੇ ਸੀ, ਗੁਰੂ ਕੇ ਸਨੇਹੀ, ਗੁਰੂ ਸਾਹਿਬ ਦੇ ਜੱਦੀ ਪਿੰਡ ਤੋਂ, ਉਹ ਵੀ ਆ ਕੇ ਸ਼੍ਰੀ ਗੋਇੰਦਵਾਲ ਸਾਹਿਬ ਵਸ ਗਏ। ਤੇ ਉਹਨਾਂ ਵਸਣ ਵਾਲਿਆਂ ਵਿੱਚ ਲਾਹੌਰ ਤੋਂ ਆਏ ਹੋਏ ਯਤੀਮ ਬਾਲਕ ਭਾਈ ਜੇਠਾ ਜੀ ਨੇ, ਜਿਨ੍ਹਾਂ ਨੂੰ ਜਗਤ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿ ਕੇ ਬੁਲਾਉਂਦਾ। ਉਹ ਵੀ ਗੁਰੂ ਕੇ ਅਨੰਨ ਪ੍ਰੇਮੀ ਬਣ ਕੇ ਜਿਹੜੇ ਨਾਨੀ ਦੀ ਪ੍ਰੇਰਨਾ ਸਦਕਾ ਸਾਹਿਬ ਅਮਰਦਾਸ ਜੀ ਦੇ ਸਤ ਸੰਗੀ ਬਣੇ। ਗੁਰੂ ਦੀਆਂ ਬਾਤਾਂ ਸੁਣ ਸੁਣ ਕੇ ਇੰਨਾ ਪ੍ਰੇਮ ਅੰਦਰ ਜਾਗਿਆ ਕਿ ਗੁਰੂ ਕੀ ਟਹਿਲ ਕਮਾਉਣ ਵਾਸਤੇ ਸਾਹਿਬ ਰਾਮਦਾਸ ਜੀ ਮਹਾਰਾਜ ਉਹ ਵੀ ਸ਼੍ਰੀ ਗੋਇੰਦਵਾਲ ਸਾਹਿਬ ਵਸ ਗਏ। ਹੁਣ ਸ਼੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਮਹਾਰਾਜ ਨੇ ਬਹੁਤ ਸਾਰੇ ਕੌਤਕ ਵਰਤਾਏ। ਸੁੰਦਰ ਬੌਲੀ ਦਾ ਨਿਰਮਾਣ ਸਤਿਗੁਰੂ ਜੀ ਨੇ ਕਰਵਾਇਆ ਤਾਂ ਕਿ ਲੋਕਾਈ ਦਾ ਭਲਾ ਹੋ ਸਕੇ, ਆਤਮਿਕ ਲਾਹਾ ਮਿਲੇ ਬਾਣੀ ਪੜ੍ਹਨ ਵਾਲਿਆਂ ਨੂੰ, ਇਸ਼ਨਾਨ ਕਰਨ ਵਾਲਿਆਂ ਨੂੰ ਤਨ ਦੀ ਅਰੋਗਤਾ ਮਿਲੇ, ਤੇ ਸਭ ਤੋਂ ਵੱਡਾ ਮਨ ਦਾ ਰੋਗ ਸਾਰਿਆਂ ਦੇ ਹੰਕਾਰ ਨਿਵਰਤ ਹੋਣ। ਜਿਹੜੇ ਇੱਥੇ ਆ ਕੇ ਇਸ਼ਨਾਨ ਕਰਨ, ਬਾਣੀ ਪੜ੍ਹਨ,
ਅੱਜ ਵੀ ਸਿੱਖ ਸੰਗਤਾਂ ਸ਼ਰਧਾ ਦੇ ਨਾਲ ਗੁਰੂ ਉਪਦੇਸ਼ ਨੂੰ ਕਮਾਉਂਦੀਆਂ ਨੇ। ਬਾਣੀ 'ਚ ਰਤੀਆਂ ਗੁਰੂ ਕੇ ਇਸ਼ਨਾਨ ਤੇ ਦਰਸ਼ਨ ਦੋਨੋਂ ਅਕੀਦਤ ਦੇ ਨਾਲ, ਭਾਵਨਾ ਦੇ ਨਾਲ, ਗੁਰੂ ਹੁਕਮ ਦੇ ਨਾਲ, ਜੋ ਸਾਹਿਬ ਨੇ ਸਾਨੂੰ ਕਿਹਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਸੋ ਆਪਣੀਆਂ ਭਾਵਨਾਵਾਂ ਦੇ ਨਾਲ ਸਿੱਖ ਆ ਕੇ ਹਾਜ਼ਰੀ ਭਰਦੇ ਆ। ਸੋ ਗੋਇੰਦਵਾਲ ਸਾਹਿਬ ਸਿੱਖੀ ਦਾ ਬਹੁਤ ਵੱਡਾ ਕੇਂਦਰ ਬਣਿਆ ਉਸ ਵੇਲੇ ਪ੍ਰਚਾਰ ਦਾ। ਬਹੁਤ ਸਾਰੇ ਨਿਆਰੇ ਕਾਰਜ ਜਿਹੜੇ ਸੀ ਸਤਿਗੁਰੂ ਜੀ ਨੇ ਇੱਥੇ ਸ਼ੁਰੂ ਕੀਤੇ। ਗੁਰੂ ਪਾਤਸ਼ਾਹ ਹਜ਼ੂਰ ਨੇ ਇਸ ਧਰਤੀ ਨੂੰ ਸਿੱਖ ਇਤਿਹਾਸ ਦੇ ਅੰਦਰ ਪਹਿਲੀ ਵਾਰ ਸਮੁੱਚੇ ਸਿੱਖ ਕੌਮ ਦੇ ਇਕੱਠ ਦਾ ਕੇਂਦਰ ਬਣਾਇਆ। ਇਹ ਬੜੀ ਪਿਆਰੀ ਜੀ ਇਤਿਹਾਸ ਦੀ ਘਟਨਾ ਹੈ ਕਿ ਭਾਈ ਪਾਰੋ ਜੀ ਹਜ਼ੂਰ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਅਰਜ਼ ਕਰਦੇ ਆ ਵੀ ਹੇ ਸੱਚੇ ਪਾਤਸ਼ਾਹ, ਮੇਰੇ ਮਨ ਦੀ ਮਨਸਾ ਹੈ ਕਿ ਸਿੱਖਾਂ ਨੂੰ ਕੌਮੀ ਰੂਪ ਵਿੱਚ ਇਕੱਠਿਆਂ ਕਰਨ ਵਾਸਤੇ ਕੋਈ ਉਦਮ ਕੀਤੇ ਜਾਣ ਤਾਂ ਕਿ ਕੌਮੀਅਤ ਸਿੱਖਾਂ ਦੇ ਅੰਦਰ ਉੱਭਰ ਸਕੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਵਿਲੱਖਣ ਰਹਿਤ ਦਿੱਤੀ ਹੈ, ਜਿਹੜਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ, ਤੇ ਉਸ ਨਿਰਮਲ ਨਿਆਰੇ ਪੰਥ ਨੂੰ ਇੱਕ ਕੌਮੀ ਸੰਗਠਨ ਰੂਪ ਵਿੱਚ ਜਿਹੜਾ ਹੈ ਉਹ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ ਜਾਏ। ਇਹ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਦੂਰ ਅੰਦੇਸ਼ੀ ਵੀ ਸੱਚੇ ਪਾਤਸ਼ਾਹ ਜੀ ਨੇ ਇੱਕ ਵਿਸਾਖ ਦਾ ਦਿਨ, ਭਾਵ ਵਿਸਾਖ ਦੀ ਸੰਗਰਾਂਦ ਦਾ ਦਿਨ, ਜਦੋਂ ਹਿੰਦੁਸਤਾਨ ਦੇ ਲੋਕ ਖਾਸ ਕਰਕੇ ਕਰਮ ਕਾਂਡਾਂ 'ਚ ਫਸੇ ਦੁਨੀਆ ਦੇ ਨਦੀਆਂ ਨਾਲਿਆਂ ਉੱਤੇ ਨਹਾ ਕੇ ਆਪਣੇ ਪਾਪ ਉਤਾਰਨ ਦਾ ਯਤਨ ਕਰਦੇ ਸਨ, ਉਹ ਦਿਨ ਮੁਕਰਰ ਕੀਤਾ ਕਿ ਦੁਨੀਆ ਭਰ ਵਿੱਚ ਵਸਦੇ ਸਿੱਖ ਥਾਂ ਥਾਂ ਦੀਆਂ ਨਦੀਆਂ ਨਾਲਿਆਂ ਦੀ ਚੁੱਭੀਆਂ ਲਾਉਣ ਦੇ ਨਾਲੋਂ ਗੁਰੂ ਨਾਨਕ ਦੇ ਘਰ ਵੱਲ ਨੂੰ ਰੁੱਖ ਕਰਨ, ਭਰਮ ਚੋਂ ਲੁਕਾਈ ਨਿਕਲੇ, ਅਗਿਆਨਤਾ ਵਿੱਚੋਂ ਬਾਹਰ ਆਵੇ ਤੇ ਕਰਮ ਕਾਂਡਾਂ ਦੀ ਬਜਾਏ ਗੁਰੂ ਦੇ ਚਰਨਾਂ ਵਿੱਚ ਤੀਰਥ ਜਾਣ ਕੇ ਗੁਰੂ ਦੇ ਗਿਆਨ ਵਿੱਚ ਚੁੱਭੀਆਂ ਲਾਉਣ। ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਿਹੜਾ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਸੀ। ਸੋ ਉਹ ਦਿਨ ਮੁਕਰਰ ਕੀਤਾ ਗਿਆ। ਜਦੋਂ ਮੈਂ ਫਿਰ ਅਰਜ਼ ਕਰ ਰਿਹਾ ਕਿ ਉਹ ਦਿਹਾੜਾ ਖਾਸ ਕਰਕੇ ਬੜਾ ਵੱਡਾ ਕਰਮ ਕਾਂਡਾਂ ਦਾ ਦਿਨ ਸੀ, ਪਰ ਸਿੱਖਾਂ ਨੂੰ ਭਰਮ ਚੋਂ ਕੱਢਣ ਵਾਸਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼੍ਰੀ ਗੋਇੰਦਵਾਲ ਸਾਹਿਬ ਪਹਿਲੀ ਵਾਰ ਕੌਮ ਦਾ ਇਕੱਠ ਵਿਸਾਖੀ ਉੱਤੇ ਬੁਲਾਇਆ। ਭਾਈ ਪਾਰੋ ਜੀ ਦੇ ਸਹਿਯੋਗ ਦੇ ਨਾਲ। ਬੜੇ ਦਾਨਸ਼ਵਰ ਸਿੱਖ ਸਨ ਡੱਲਾ ਵਾਸੀ ਭਾਈ ਪਾਰੋ ਜੀ, ਬੜੇ ਸਿਦਕੀ ਸਿੱਖ ਸਨ ਤੇ ਮਹਾਰਾਜ ਸਿੱਖਾਂ ਦਾ ਸਨਮਾਨ ਬੜਾ ਕਰਦੇ ਸੀ। ਐਸੀਆਂ ਉੱਚੀਆਂ ਸੁਰਤਾਂ ਦੇ ਮਾਲਕ ਸਿੱਖਾਂ ਨੂੰ ਸਤਿਗੁਰੂ ਜੀ ਆਪਣੇ ਤੋਂ ਵੀ ਉੱਚੇ ਪਾਸੇ ਬਿਠਾਉਂਦੇ ਸੀ, ਪਰ ਭਾਈ ਪਾਰੋ ਜੀ ਨੇ ਹੱਥ ਬੰਨ੍ਹ ਅਰਜ਼ ਕੀਤੀ ਸੀ, ਪਾਤਸ਼ਾਹ ਨਹੀਂ, ਮੈਂ ਤੁਹਾਡੇ ਚਰਨਾਂ ਵਿੱਚ ਹੀ ਸੋਭਦਾ। ਸੋ ਸਤਿਗੁਰੂ ਜੀ ਨੇ ਸਮੁੱਚੀ ਸਿੱਖ ਕੌਮ ਨੂੰ ਚਿੱਠੀਆਂ ਭੇਜ ਕੇ ਵਿਸਾਖੀ ਤੇ ਇਕੱਠਿਆਂ ਕੀਤਾ। ਸਿੱਖ ਕੌਮ ਦੇ ਅੰਦਰ ਜਿਸ ਵਿਸਾਖੀ ਦਾ ਰਿਜ਼ਲਟ ਫਿਰ ਜਿਹੜਾ ਸੀ ਨਾ, ਬੀਜ ਗੁਰੂ ਅਮਰਦਾਸ ਮਹਾਰਾਜ ਬੀਜਦੇ ਆ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਭਰਮ ਚੋਂ ਕੱਢਣ ਲਈ ਹਰਿਦੁਆਰ ਗੰਗਾ ਦੇ ਘਾਟ ਤੇ ਜਾ ਕੇ ਵਿਸਾਖੀ ਵਾਲੇ ਦਿਨ ਜਿੱਥੇ ਬੈਠ ਕੇ ਸਤਿਗੁਰੂ ਜੀ ਨੇ ਪੱਛਮ ਵੱਲ ਨੂੰ ਪਾਣੀ ਦਿੱਤਾ ਸੀ, ਉੱਥੇ ਸ਼ੁਰੂਆਤ ਕੀਤੀ ਸੀ। ਉਸ ਬੂਟੇ ਨੂੰ ਗੁਰੂ ਸਾਹਿਬ ਜੀ ਨੇ ਨਿਯਮਤ ਰੂਪ ਵਿੱਚ ਇੱਥੇ ਨਿਰਧਾਰਿਤ ਕੀਤਾ, ਲਾਇਆ, ਸਥਾਪਿਤ ਕੀਤਾ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਰੂਪ ਵਿੱਚ ਫਿਰ ਉਸ ਬੂਟੇ ਦਾ ਫਲ ਪ੍ਰਗਟ ਹੋਇਆ 1699 ਦੀ ਵਿਸਾਖੀ ਨੂੰ, ਜਿੱਦਣ ਜਗਤ ਦੇ ਉੱਤੇ ਇਉਂ ਤੀਸਰ ਪੰਥ ਰਚਾਇਓ ਵੱਡ ਸੂਰ ਗਹਿਲਾ। ਸੋ ਇਹ ਗੁਰੂ ਅਮਰਦਾਸ ਮਹਾਰਾਜ ਦੀ ਬਹੁਤ ਵੱਡੀ ਦੇਣ ਸੀ। ਮੈਂ ਫਿਰ ਅਰਜ਼ ਕਰ ਰਿਹਾ ਕਿ ਗਿਆਨ ਦਾ ਬੀਜ ਗੁਰੂ ਨਾਨਕ ਸਾਹਿਬ ਜੀ ਨੇ ਬੀਜਿਆ ਹਰਿਦੁਆਰ ਜਾ ਕੇ, ਜਿੱਥੇ ਜਾ ਕੇ ਭਰਮ ਚੋਂ ਕੱਢ ਕੇ ਜਾਤ ਪਾਤ ਦਾ ਖੰਡਨ ਕੀਤਾ, ਜਾਤ ਅਭਿਮਾਨੀਆਂ ਨੂੰ ਸਿੱਧਾ ਰਸਤਾ ਦੱਸ ਕੇ ਕਬੁੱਧ ਡੁੰਮਣੀ ਕੁਡੁੰਮਣੀ ਕਦਇਆ ਕੁਸਾਇਣ ਪਰ ਨਿੰਦਾ ਘਟ ਚੂੜੀ ਇਹ ਸ਼ਬਦ ਉਚਾਰਨ ਕਰਕੇ। ਸੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਉਸ ਬੂਟੇ ਨੂੰ ਨਿਯਮਤ ਰੂਪ 'ਚ ਸਥਾਪਿਤ ਕੀਤਾ, ਕੌਮੀ ਇਕੱਠ ਕਰਕੇ ਸ਼ਬਦ ਨਾਲ ਸੁਰਤਾਂ ਜੋੜ ਕੇ ਭਰਮ ਵਿੱਚੋਂ ਕੱਢ ਕੇ ਕਰਮ ਕਾਂਡਾਂ 'ਚ ਛਡਾ ਕੇ ਤੇ 1699 'ਚ ਇਸ ਬੂਟੇ ਨੂੰ ਫਲ ਲੱਗਿਆ ਖਾਲਸਾ ਪੰਥ ਰੂਪ। ਸੋ ਉਹ ਦੇਣ ਗੁਰੂ ਅਮਰਦਾਸ ਮਹਾਰਾਜ ਜੀ ਦੀ ਨੂੰ ਨਮਸਕਾਰ ਹੈ, ਜਿਨ੍ਹਾਂ ਨੇ ਸਾਨੂੰ ਕੌਮੀ ਰੂਪ 'ਚ ਸੰਗਠਿਤ ਕੀਤਾ। ਔਰ ਇੱਕ ਵੱਡੀ ਕਰਾਮਾਤ ਮਹਾਰਾਜ ਨੇ ਇਹ ਕੀਤੀ ਕਿ ਇਹ ਕੌਮੀ ਉਸਾਰੀ ਵਾਸਤੇ 22 ਮੰਜੀਆਂ ਸਥਾਪਿਤ ਕੀਤੀਆਂ। ਇੱਕ ਹੁੰਦਾ ਸਿੰਘਾਸਨ, ਇੱਕ ਸਿੰਘਾਸਨ ਤੋਂ ਥੱਲੇ ਆਪਾਂ ਕਹਿੰਦੇ ਆ ਮੰਜੀ, ਜਿਵੇਂ ਕਹਿ ਲਈਏ ਕਿ ਇੱਕ ਪਲੰਗ ਹੈ, ਦੂਜੀ ਮੰਜੀ ਹੈ। ਸੋ ਗੁਰੂ ਸਾਹਿਬ ਜੀ ਦੇ ਸਥਾਨ ਨੂੰ ਸਿੱਖ ਆਦਰ ਦੇ ਨਾਲ ਕਹਿੰਦੇ ਸੀ ਪਾਤਸ਼ਾਹ ਜੀ ਦਾ ਸਿੰਘਾਸਨ, ਪਰ ਜਿਹੜੇ ਗੁਰੂ ਦੀ ਗੱਲ ਸੁਣਾਉਣ ਵਾਲੇ ਸਨ ਉਹਨਾਂ ਵਾਸਤੇ ਪ੍ਰਚਾਰ ਦੀਆਂ ਮੰਜੀਆਂ ਸ਼ਬਦ ਵਰਤਿਆ ਗਿਆ, ਕਿਉਂਕਿ ਉਹ ਵੀ ਆਦਰਯੋਗ ਨੇ। ਪਰ ਸਿੰਘਾਸਨ ਤੋਂ ਥੱਲੇ ਲੋਕਾਂ ਨੂੰ ਗੁਰੂ ਦੀ ਬਾਤ ਸੁਣਾਉਣ ਵਾਲੇ, ਹਿੰਦੁਸਤਾਨ ਦੀ ਪ੍ਰਾਂਤਾਂ ਦੇ ਅਨੁਸਾਰ ਗੁਰੂ ਸਾਹਿਬ ਨੇ 22 ਮੰਜੀਆਂ ਸਥਾਪਿਤ ਕੀਤੀਆਂ। ਮੁੱਖ ਰੂਪ 'ਚ 22 ਪ੍ਰਚਾਰਕ ਸਥਾਪਿਤ ਕੀਤੇ, ਜਿਹੜੇ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਦੂਰ ਦੁਰੇਡੇ ਤੇ ਗਏ। ਬਹੁਤ ਸਾਰੇ ਪ੍ਰਚਾਰਕ ਸਨ,
ਜਿਨ੍ਹਾਂ ਦੇ ਵਿੱਚ ਖਾਸ ਗੱਲ ਨੋਟ ਕਰਨ ਵਾਲੀ ਹੈ ਕਿ ਸਿੱਖ ਬੀਬੀਆਂ ਵੀ ਪ੍ਰਚਾਰ ਦੀ ਸੇਵਾ ਵਿੱਚ ਲਾਈਆਂ। ਇਸ ਧਰਤੀ ਉੱਤੇ ਧਰਮਾਂ ਦਾ ਇਤਿਹਾਸ ਕਹਿੰਦਾ ਹੈ ਕਿ ਇਸਤਰੀ ਧਰਮ ਮੰਦਰ 'ਚ ਦਾਖਲ ਨਹੀਂ ਹੋ ਸਕਦੀ, ਇਸਤਰੀ ਧਰਮ ਦੇ ਚਿੰਨ੍ਹ ਨਹੀਂ ਪਾ ਸਕਦੀ, ਇਸਤਰੀ ਨੂੰ ਬਰਾਬਰ ਮਨੁੱਖਾਂ ਦੇ ਕੋਈ ਅਧਿਕਾਰ ਨਹੀਂ ਹੈ, ਉਹ ਮੁਕਤ ਨਹੀਂ ਹੋ ਸਕਦੀ। ਇੱਥੋਂ ਤੱਕ ਕਿਹਾ, ਕਿਸੇ ਨੇ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਉਹਨਾਂ ਨੂੰ ਇੱਥੋਂ ਤੱਕ ਘਿਨਾਉਣਾ ਕਿਹਾ ਕਿ ਉਹਨਾਂ ਦੇ ਮੱਥੇ ਲੱਗਣਾ ਵੀ ਮਾੜਾ ਹੈ। ਪਰ ਜਿੱਥੇ ਗੁਰੂ ਨਾਨਕ ਦੇ ਘਰ 'ਚੋਂ ਵਡਿਆਈਆਂ ਮਿਲੀਆਂ ਸਨ, ਅੱਜ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਰਾਬਰ ਸਿੱਖੀ ਦੇ ਪ੍ਰਚਾਰ ਦੀ ਸੇਵਾ ਦਿੱਤੀ ਤਾਂ ਕਿ ਲੋਕਾਈ ਨੂੰ, ਖਾਸ ਕਰਕੇ ਮਾਵਾਂ ਬੀਬੀਆਂ ਨੂੰ, ਸਾਡੀਆਂ ਸਿੱਖ ਬੱਚੀਆਂ ਜਾ ਕੇ ਪ੍ਰਚਾਰ ਕਰਨ ਤੇ ਉਹਨਾਂ ਦੇ ਉੱਤੇ ਇੱਕ ਪਰਉਪਕਾਰ ਕੀਤਾ ਕਿ ਉਹਨਾਂ ਨੂੰ ਭਰਮ 'ਚੋਂ ਕੱਢਣ, ਜਿਹੜੀ ਲੋਕਾਈ ਅਗਿਆਨਤਾ 'ਚ, ਅੰਧ ਵਿਸ਼ਵਾਸ ਵਿੱਚ ਗ੍ਰਸੀ ਹੋਈ ਹੈ। ਸੋ ਸਿੱਖ ਬੀਬੀਆਂ ਦੀ ਝੋਲੀ 'ਚ ਗੁਰੂ ਅਮਰਦਾਸ ਮਹਾਰਾਜ ਜੀ ਨੇ ਵੱਡਾ ਮਾਣ ਪਾਇਆ। ਔਰ ਇੱਕ ਹੋਰ ਬੜੀ ਕਮਾਲ ਦੀ ਕਰਾਮਾਤ ਕਿ ਜਦੋਂ ਸ਼ਬਦ ਦੀ ਲੋ ਵੰਡਣ ਵਾਸਤੇ ਲੋਕਾਈ ਨੂੰ ਤੋਰਿਆ, ਪ੍ਰਚਾਰਕਾਂ ਨੂੰ ਤੋਰਿਆ ਵੀ ਤੁਸੀਂ ਅਗਿਆਨਤਾ ਮਿਟਣ ਲਈ ਸ਼ਬਦ ਦੀ ਲੋ ਵੰਡਣੀ ਹੈ, ਤੇ ਉੱਥੇ ਗੁਣ ਵੇਖਿਆ, ਉੱਥੇ ਜਾਤ ਪਾਤ ਨਹੀਂ ਵੇਖੀ। ਮਹਾਰਾਜ ਨੇ ਪਹਿਲਾ ਪ੍ਰਚਾਰਕ, ਪਹਿਲੀ ਮੰਜੀ ਅੱਲਾ ਯਾਰ, ਮੁਸਲਮਾਨ ਘਰਾਣੇ 'ਚ ਜਨਮੇ ਸਨ ਪਰ ਸਿਦਕ ਦੀ ਮੂਰਤ ਨੇ, ਪ੍ਰਤੀਤ ਦਾ ਮੁਜੱਸਮਾ ਨੇ, ਗਿਆਨ ਗੁਰੂ ਦਾ ਅੰਦਰ ਵਸ ਗਿਆ, ਰਿਦਾ ਪ੍ਰਗਾਸ ਹੋ ਗਿਆ, ਤੇ ਉਸ ਪ੍ਰਗਾਸ ਨੂੰ ਵੰਡਣ ਦੀ ਸੇਵਾ ਸਤਿਗੁਰ ਜੀ ਨੇ ਅੱਲਾ ਯਾਰ ਦੀ ਝੋਲੀ 'ਚ ਪਾਈ। ਹੁਣ ਇਹ ਬੜਾ ਪਿਆਰਾ ਨੁਕਤਾ ਹੈ ਕਿ ਸਿੱਖੀ ਮੁੱਢ ਕਦੀਮ ਤੋਂ ਕਿਸੇ ਫਿਰਕੇ ਦੇ ਵਿਰੁੱਧ ਨਹੀਂ ਹੈ। ਮੁਸਲਮਾਨ ਘਰਾਣੇ 'ਚ ਜਨਮਿਆ ਹੋਇਆ ਅੱਲਾ ਯਾਰ ਉਹ ਸਿੱਖੀ ਦਾ ਪ੍ਰਚਾਰਕ ਬਣ ਰਿਹਾ। ਬੀਬੀਆਂ ਨੂੰ ਮਾਣ ਦਿੱਤਾ ਜਾ ਰਿਹਾ। ਹੁਣ ਇਹ ਜਾਤ ਪਾਤ ਦਾ ਵੀ ਇੱਥੇ ਮੂਲੋਂ ਹੀ ਫਸਤਾ ਵੱਢ ਦਿੱਤਾ, ਲਿੰਗ ਭੇਦ ਦਾ ਵੀ ਗੁਰੂ ਸਾਹਿਬ ਜੀ ਨੇ ਮੂਲ ਰੂਪ 'ਚ, ਪੂਰਨ ਰੂਪ 'ਚ ਖਾਤਮਾ ਕੀਤਾ। ਔਰ ਇਸੇ ਧਰਤੀ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਹੋਰ ਸਾਨੂੰ ਸੋਝੀ ਦਿੱਤੀ, ਗੁਰੂ ਅਮਰਦਾਸ ਪਾਤਸ਼ਾਹ ਜੀ ਨੇ, ਕਿ ਭਲੇ ਪੁਰਖੋ, ਜਦੋਂ ਆਪਣੀਆਂ ਧੀਆਂ ਬੱਚੀਆਂ ਦੇ ਰਿਸ਼ਤੇ ਕਰਨੇ, ਦੋ ਧੀਆਂ ਮਹਾਰਾਜ ਦੀਆਂ ਹੋਈਆਂ, ਬੀਬੀ ਦਾਨੀ ਜੀ ਤੇ ਬੀਬੀ ਭਾਨੀ ਜੀ, ਦੋ ਸੁਪੁੱਤਰ ਸਾਹਿਬ ਗੁਰੂ ਅਮਰਦਾਸ ਮਾਰੇ, ਬੀਬੀ ਮਨਸਾ ਦੇਵੀ ਜੀ ਦੀ ਕੁੱਖੋਂ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਾਬਾ ਮੋਹਨ ਜੀ ਤੇ ਮੋਰੀ ਜੀ। ਸਾਨੂੰ ਇਹ ਵੀ ਦਿੱਤਾ ਵੀ ਗ੍ਰਸਤ ਵਿੱਚ ਰਹਿ ਕੇ ਧਰਮ ਦੇ ਫਰਜ਼ ਨਿਭਾਏ ਜਾ ਸਕਦੇ ਨੇ, ਰੱਬ ਨੂੰ ਪਾਇਆ ਜਾ ਸਕਦਾ ਹੈ। ਜਿੱਥੇ ਕਿ ਕਿਹਾ ਜਾਂਦਾ ਸੀ ਕਿ ਗ੍ਰਸਤ ਬਹੁਤ ਵੱਡੀ ਰੁਕਾਵਟ ਹੈ ਧਰਮ ਨੂੰ ਪਾਉਣ ਵਿੱਚ, ਰੱਬ ਨੂੰ ਪਾਉਣ ਵਿੱਚ। ਸੋ ਮਹਾਰਾਜ ਆਪ ਗ੍ਰਸਤੀ ਸਨ, ਬੱਚੇ ਸਨ, ਬੱਚਿਆਂ ਨੂੰ ਪੈਦਾ ਕੀਤਾ, ਪਾਲਿਆ, ਫਰਜ਼ ਨਿਭਾਏ, ਉਹਨਾਂ ਦੇ ਵਿਆਹ ਸ਼ਾਦੀਆਂ ਕੀਤੀਆਂ। ਹਜ਼ੂਰ ਨੇ ਆਪਣੀ ਧੀ ਦਾ ਰਿਸ਼ਤਾ ਕੀਤਾ, ਸਾਹਿਬ ਅਮਰਦਾਸ ਜੀ ਨੇ, ਸਾਹਿਬ ਰਾਮਦਾਸ ਪਾਤਸ਼ਾਹ ਹਜ਼ੂਰ ਵਾਲ ਬੀਬੀ ਦਾ ਭਾਨੀ ਜੀ ਦਾ। ਤੇ ਲੋਕਾਈ ਨੇ ਉਦੋਂ ਵੀ ਬੜੀਆਂ ਗੱਲਾਂ ਕੀਤੀਆਂ ਸਨ ਵੀ ਹੇ ਅਮਰਦਾਸ ਪਾਤਸ਼ਾਹ, ਤੁਹਾਡੇ ਚਰਨਾਂ 'ਚ ਦੁਨੀਆ ਝੁਕਦੀ ਆ ਕੇ, ਤੇ ਤੁਸੀਂ ਗਲੀਆਂ ਵਿੱਚ ਸਿਰ ਤੇ ਛਾਬੜੀ ਚੁੱਕ ਕੇ ਘੁੰਗਣੀਆਂ ਵੇਚਣ ਵਾਲੇ, ਫੇਰੀ ਲਾਉਣ ਵਾਲੇ ਨਾਲ ਪਾਤਸ਼ਾਹ ਜੀ ਤੁਸੀਂ ਆਪਣੀ ਪੁੱਤਰੀ ਦਾ ਰਿਸ਼ਤਾ ਤੈਅ ਕੀਤਾ। ਕਿ ਮਹਾਰਾਜ ਨੇ ਸਿਖਾਇਆ ਸੀ ਕਿ ਰਿਸ਼ਤੇ ਜਾਤ, ਬਰਾਦਰੀਆਂ, ਸੰਪਤੀਆਂ ਨਾਲ ਨਹੀਂ ਜੋੜੇ ਜਾਂਦੇ, ਰਿਸ਼ਤੇ ਗੁਣਾਂ ਨਾਲ ਜੋੜੇ ਜਾਂਦੇ। ਪੱਲੇ 'ਚ ਬੰਨਣਾ ਗੁਰਸਿੱਖ ਪਿਆਰਿਓ, ਮੇਰੀ ਹੱਥ ਬੰਨ੍ਹ ਕੇ ਤੁਹਾਨੂੰ ਬੇਨਤੀ ਹੈ, ਇਸ ਗੱਲ ਨੂੰ, ਉਪਦੇਸ਼ ਨੂੰ ਪੱਲੇ 'ਚ ਬੰਨੀਏ ਕਿ ਆਪਣੇ ਬੱਚੇ ਬੱਚੀਆਂ ਦੀ ਖੁਸ਼ੀ ਵਾਸਤੇ ਸਾਂਝ ਕਰੀਜਾ ਗੁਣਾ ਕਰੀ, ਸਤ ਸੰਗੀ ਰਿਸ਼ਤੇ ਵਾਰ ਟੋਲੀਏ, ਐਸੇ ਨਾਤੇ ਹੋਣ। ਗੁਰੂ ਸਾਹਿਬ ਨੇ ਸਾਨੂੰ ਬਾਣੀ 'ਚ ਸਿਖਾਇਆ, ਜਾਂ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸਾਂਗਿਓ ਭਵ ਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮਕੋ ਹਰ ਨਾਮ ਚਿਤਾਰੇ। ਸਾਡੇ ਉਹ ਮਿੱਤਰ ਪਿਆਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਲੋਕਾਈ ਨੇ ਕਿਹਾ ਸੀ ਸਾਹਿਬ ਅਮਰਦਾਸ ਮਹਾਰਾਜ, ਰਾਮਦਾਸ ਜੀ ਦਾ ਘਰ ਘਾਟ ਨਹੀਂ ਹੈ, ਉਹ ਲਾਹੌਰ ਤੋਂ ਆਏ ਯਤੀਮਾਂ ਵਾਂਗ, ਮਾਪੇ ਚਲਾਣਾ ਕਰ ਗਏ ਨੇ। ਰਾਮਦਾਸ ਜੀ ਦਾ ਕੋਈ ਖਾਨਦਾਨ ਨਹੀਂ ਹੈ, ਰਾਮਦਾਸ ਜੀ ਦੇ ਰੋਟੀ ਦਾ ਆਹਾਰ ਨਹੀਂ ਹੈ, ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨੇ। ਪਰ ਮਹਾਰਾਜ ਨੇ ਕਿਹਾ, ਸਾਹਿਬ ਅਮਰਦਾਸ ਪਾਤਸ਼ਾਹ ਜੀ ਨੇ, ਭੋਲਿਓ, ਤੁਸੀਂ ਖਾਨਦਾਨ, ਬਰਾਦਰੀਆਂ, ਸੰਪਤੀ, ਘਰ ਮਹਿਲ ਵੇਖ ਰਹੇ ਹੋ, ਮੈਂ ਗੁਣ ਵੇਖ ਰਿਹਾ। ਤੁਸੀਂ ਉਹਨਾਂ ਦੇ ਸਿਰ ਤੇ ਘੁੰਗਣੀਆਂ ਦੀ ਛਾਬੜੀ ਵੇਖ ਰਹੇ ਹੋ, ਟੋਕਰੀ ਵੇਖ ਰਹੇ ਹੋ, ਮੈਂ ਉਹਨਾਂ ਦੇ ਸਿਰ ਦੇ ਉੱਤੇ ਉਹਨਾਂ ਦੇ ਰੂਹਾਨੀ ਗੁਣਾਂ ਸਦਕਾ, ਉਹਨਾਂ ਦੇ ਆਤਮ ਪ੍ਰਕਾਸ਼ ਸਦਕਾ ਗੁਰੂ ਨਾਨਕ ਦੀ ਗੁਰਤਾ ਦਾ ਛਤਰ ਵੇਖ ਰਿਹਾ। ਤਾਂ ਸਾਹਿਬ ਅਮਰਦਾਸ ਜੀ ਦੀ ਨਜ਼ਰੇ ਕਰਮ ਹੋਈ, ਕੁਝ ਨਹੀਂ ਪੁੱਛਿਆ ਉਹਨਾਂ ਨੇ, ਭਾਈ ਕਿਹੜੀ ਸੰਪਤੀ, ਕਿਹੜਾ ਘਰ ਘਰਾਣਾ, ਕਿਹੜਾ ਖਾਨਦਾਨ, ਬਰਾਦਰੀ। ਉਹਨਾਂ ਨੇ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ। ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ ਪਾਤਸ਼ਾਹ ਜੀ ਨੇ ਸਾਹਿਬ ਰਾਮਦਾਸ ਜੀ ਹਜ਼ੂਰ ਅਮਰਦਾਸ ਪਾਤਸ਼ਾਹ ਜੀ ਦੇ ਦਾਮਾਦ ਬਣੇ। ਦੂਜੀ ਧੀ ਭਾਈ ਰਾਮਾ ਜੀ ਵੱਲ ਵਿਆਹੀ, ਤੇ ਅਮਰਦਾਸ ਮਹਾਰਾਜ ਜੀ ਨੇ ਫਿਰ ਉੱਥੇ ਵੀ ਸਿਖਾਇਆ ਸੀ
कि भाई किवें हुक्म मन के सेवक बनिया जांदा है। जिहड़ी गल असीं पढ़दे हैं ना बाणी च, गुरसेवा ते सुख उपजै फिर दुख ना लग्या आए, तो उन्होंने सिखाया सी भी ये गुरसेवा हुंदी किवें है। जिदन साहिब रामदास जी ते भाई रामा जी नूं अमरदास पातशाह हजूर कहन लगे, भाई असीं बैठना, 2 थड़े तैयार करो, एक चढ़दे वल होवे एक लਹਿੰਦੇ वल होवे, एक पासे शाम नूं बैठिया करांगे, एक पासे सवेर नूं बैठिया करांगे, सूरज के ढलदे सूरज के हिसाब नाल दीवान सजिया करेगा। तो 1 वारी 2 वारी 4 वारी, इतिहास कहता किन्नी वार थड़े साहब ने कह के बनवाए तो फिर क्या ठीक नहीं, फिर ढवा दिते। तो रामा जी ने कहा सी महाराज जी हुण इहदे तो वधिया नहीं बन सकते, तुहानूं ही नहीं चेता रहिंदा, मैं तो उदां ही बनाउंदा जिवें कहंदे हो। पर रामदास पातशाह जी लगातार निरंतर थड़े बनाउंदे रहे, ढाउंदे रहे। पर वास्तव विच साहिब अमरदास जी ये थड़े मिट्टी दे नहीं सी बनवा रहे, ये तो थड़े सिदक दे बन रहे सन हिरदे दे अंदर, जिहड़े थड़े उत्ते वाकई ही गुरु साहिब जी ने शरीर करके नहीं जोत करके विराजमान होना सी। किसी ने पुछया सी रामदास महाराज नूं कि तुहानूं शिकवा नहीं, थड़ा तो तुसीं ठीक बनाउंदे हो, पर महाराज अमरदास पातशाह जी आके कहंदे ठीक नहीं है। तो साहिब रामदास जी ने सिख लिया जो गुरु अमरदास जी ने सिखाया, असीं भी सिखीए। उन्होंने कहा सी मैनूं इस गल की कोई चिंता नहीं कि थड़ा ठीक है जां गलत है, थड़ा बनदा है जां ढहिंदा है, मैनूं तो इस गल का पता है कि मैं गुरु का हुक्म मनना है। जदों सतगुरु गुरु अमरदास पातशाह जी कहंदे ने थड़ा बनाओ, मैं उदों भी हुक्म मन रहा हुंदा, जदों सच्चे पातशाह हजूर कहंदे ने थड़ा ढाओ, मैं उदों भी हुक्म मन रहा हुंदा। ये गल गुरु रामदास जी ने गुरु अमरदास जी पातशाह तो सीख ली, असी भी सीखीए साध संगत कि हुक्म मनना ही असल च सेवा हुंदी है। अपनी मर्जी करनी सेवा नहीं है, रजा विच चलना ही, आपा मिटाना ही सेवा है। तो जिदन सेवा च साहिब रामदास परवान चढ़ गए, थड़ा तैयार हो गया, मुकम्मल हो गया हिरदे करके भी, उस दिन उस थड़े उत्ते साहिब गुरु अमरदास पातशाह जी बैठ गए, आप विराजमान हो गए सदीव काल वास्ते। ये गुरु की अपनी एक रहमत कला वरतदी है साध संगत। सो साहिब गुरु अमरदास सच्चे पातशाह महाराज जी ने सिੱਖੀ ਨੂੰ ਨਿਯਮਤ रूप ਵਿੱਚ संगठित रूप ਵਿੱਚ एक ਕੀਤਾ। फिर गुरु रामदास महाराज जी ਨੂੰ हुक्म करके आप दस के श्री अमृतसर साहिब जी का निर्माण करवाया, आप निशानी दे के कि इस जगह के उत्ते तुसीं श्री अमृतसर साहिब वसाउणा है, श्री हरमंदर साहिब वसाउणा है। सतगुरु गुरु रामदास महाराज जी ਨੂੰ वक्त के बादशाह के शंके मिटाउण वास्ते वकील बना के साहिब अमरदास जी ने लाहौर भेजा, और बड़ियां प्रेम भिजियां गाथा ने गुरु अमरदास सच्चे पातशाह जी महाराज दी बाणी का। उन्होंने साडी झोली विच वड्डा एक बहुत वड्डा खजाना पाया, जिस बाणी का आनंद लै के सिख करतार्थ हुंदे, निहाल हुंदे साध संगत। सो उस गुरु अमरदास महाराज सच्चे पातशाह हजूर का प्रकाश पुरब बड़ी शरधा अकीदत नाल भावना दे नाल अज सारा सिख जगत मना रहा। तो मैनू सिख कौम के आदरयोग कीर्तनीए, सिख कौम के दरवेश कीर्तनीए, गुरमुख प्यारी रूह नाम रत्ते भाई साहब भाई मनप्रीत सिंह जी कानपुरी जी होरां ने हुक्म किया, तो मैनू खुशी हुई, मैं उन्हां दे हुक्म सदका तुहाडे दर्शन किए ने। समय की सीमा विच रह के, क्योंकि बहुता लम्मा नहीं जाना, मैं बहुत कुछ कहण नूं चित कर रहा, पर मेरी सिर्फ यही बेनती है भाई आओ गुरु के शब्द की लोह विच जीवीए, बाणी नूं आधार बनाइए, सेवक बनन दी जाच सीखीए गुरु अमरदास महाराज जी कोलों, हौमै नूं मारीए साध संगत। अज साडे अंदर निजी रूप विच भी ते कौमी रूप विच भी वड्डा रोग आ गया हंकार दा। सो कौमी संगठित शक्ति जिहड़ी गुरु अमरदास जी ने सानूं दित्ती सी, उहनूं कायम रखीए, कोई वखरेवा नहीं, कोई भिन्न भेद नहीं। गुरु अमरदास महाराज ने सानूं एक विहड़े च इकट्ठियां करके श्री गोइंदवाल साहब आख्या सी तुसीं एक परिवार हो, ते आओ वो परिवार बन के गुरु अमरदास महाराज दी खुशियां लईए। तुहानूं सारिआं नूं बहुत मुबारक, साहब रहमतां दे नाल निवाजो, सुखी वसो, सारिआं दे घर खुशियां आउण, बाणी बाणा आवे, गुरु दे रंग विच रत्ते रहो, असीस दिओ, भुल्लां बख्शिओ, प्यार विच फिर सारे जुड़ के कहो जी वाहिगुरू जी का खालसा वाहिगुरू जी की फतेह।